पर कांग्रेस पार्टी कहती असीं खुद बहुत विकास किया, कांग्रेस पार्टी तो ये गल कह रही है। इन्होंने कोई विकास नहीं करा जी, ਜਿਹੜੇ विकास करा रखड़ा साहब ने करा है। 4 ਤਰੀਕ ਨੂੰ ਇਹਨਾਂ ਨੂੰ ਪਤਾ ਲੱਗ ਜੂਗਾ ਕਾਂਗਰਸ ਵਾਲਿਆਂ ਦਾ ਕਿੰਨਾ ਕੁ ਦਮ ਹੈ, ਕਿੰਨੀਆਂ ਸੀਟਾਂ ਜਿੱਤਣ ਜੋਗੇ ਨੇ ਉਹ। ਸੋ ਸਾਡੇ ਬੰਦਿਆਂ ਦੇ ਕਿਸੇ ਤੇ ਕੋਈ ਪ੍ਰਭਾਵ ਨਹੀਂ ਕਾਂਗਰਸ ਦਾ। ਸ਼੍ਰੋਮਣੀ ਅਕਾਲੀ ਦਲ ਨੇ ਜਿੰਨੇ ਕੰਮ ਕਰਾਏ ਨੇ ਕਿਸੇ ਨੇ ਕੰਮ ਨਹੀਂ ਕਰਾਇਆ। ਜੋ ਰਖੜਾ ਸਾਹਿਬ ਨੇ ਇੱਥੇ ਆ ਕੇ ਕੰਮ ਕਰਾਏ ਨੇ ਕਿਸੇ ਦੀ ਇਹ ਮਿਸਾਲ ਇਹਨੂੰ ਕੋਈ ਇਹਦੀ। ਜੇ ਕਾਂਗਰਸ ਵਾਲਿਆਂ 'ਚ ਇੰਨਾ ਦਮ ਹੈ, ਕੱਲਾ ਉਹ ਕਹਿ ਰਹੇ ਨੇ, ਮੈਂ ਐਮਐਲਏ ਸਾਹਿਬ ਦੀ ਸਪੀਚ ਸੁਣੀ ਸੀ ਕਿ 75 ਕਰੋੜ ਰੁਪਇਆ ਖਰਚਦਾ ਸੀ। ਕੋਈ ਦੱਸਣ ਤਾਂ ਸੀ 75 ਕਰੋੜ ਰੁਪਇਆ ਕਿਸ ਚੀਜ਼ ਤੇ ਖਰਚਿਆ ਹੈ। ਨਹੀਂ ਜੀ, ਇੰਨਾ ਸਾਨੂੰ ਇੰਨਾ ਮਿਹਨਤ ਕਰਕੇ 10 ਸਾਲ ਵਿਕਾਸ ਕੀਤਾ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਨੇ। ਇੰਨਾ ਵਿਕਾਸ ਕੀਤਾ ਹੈ ਵੀ ਸਾਨੂੰ ਤਾਂ ਵੋਟਾਂ ਮੰਗਣ ਦੀ ਲੋੜ ਨਹੀਂ ਪੈਣੀ, ਜਿੰਨਾ ਕੋਈ ਲੋਕ ਸਾਡੇ ਨਾਲ ਜੁੜੇ ਹੋਏ ਨੇ। पर इस बार कांग्रेस ने वोटां लईआं, बड़े वादे कीते तुहाडे नाल, की मतलब वादे पूरे हो चुके ने? सारे हो गए, तुसीं देखदे हो सारे कर्जे माफ हो गए जी, सब दी पेंशनां लग गईयां, सब नूं सगन स्कीमां मिल गईयां, सारे पास हो गए। ਜੇ ਕੋਈ ਸਾਡਾ ਧੱਕਾ ਹੋਇਆ ਅਸੀਂ ਸ਼ਹੀਦੀਆਂ ਕਰਾਂਗੇ, ਦੇਵਾਂਗੇ ਆਪਣੀਆਂ ਆਪਣੇ ਪਰਿਵਾਰਾਂ ਦੀ ਸ਼ਹੀਦੀਆਂ ਦੇਵਾਂਗੇ। ਜੇ ਸਾਨੂੰ ਕਿਸੇ ਧੱਕੇ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਾਰੀ ਕੱਲੀ ਵੋਟ ਰਖੜਾ ਸਾਹਿਬ ਦੀ ਝੋਲੀ ਪਾਵਾਂਗੇ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ। ਅੱਜ A1 ਪੰਜਾਬੀ ਟੀਵੀ ਦੀ ਟੀਮ ਪਹੁੰਚੀ ਹੈ ਜੀ ਹਲਕਾ ਸਮਾਣਾ ਦੇ ਵਿੱਚ। ਜਿਵੇਂ ਤੁਸੀਂ ਜਾਣਦੇ ਹੋ ਕਿ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਹੈ ਉਸ ਦਾ ਬਿਗਲ ਵੱਜ ਚੁੱਕਾ ਹੈ ਔਰ ਹਰ ਇੱਕ ਪਾਰਟੀ ਜਿਹੜੀ ਹੈ ਆਪਣੀ ਜਿੱਤ ਦਾ ਦਾਅਵਾ कर रही है, लेकिन जित उसे दी होएगी जिसने समाज दे लई और जिसने इस एरिए दे वास्ते डिवेलपमेंट कीती जावे। और जो बहुत सारी आपां समाणे दी गल करिए और श्रोमणी अकाली दल दी करिए तो श्रोमणी अकाली दल ने पिछले एपीसोड विच भी आप सब नूं दिखाया सीगा कि जो हलका समाणा दे विच श्रोमणी अकाली दल दे जिहड़े साडे साबका कैबिनेट मंत्री पंजाब सरदार सुरजीत सिंह रखड़ा साहब दी रहनुमाई दे हेठ जो समाणे दा विकास होया, मैं उन्हां नूं शब्दां 'च बयान नहीं कर सकदा। लेकिन मौजूदा कांग्रेस पार्टी है और कांग्रेस पार्टी भी बहुत दावे करती है। आपां ये नहीं कहना कि उन्हां वालों कुछ नहीं किया गया, उन्हां वालों अपने हिसाब दे नाल जो विकास किया गया ये पूरे समाणे हलके वासियों नूं पता है। ਅੱਜ ਮੇਰੇ ਨਾਲ ਕੁਝ ਪਤਵੰਤੇ ਸੱਜਣ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਿਲੇਟਡ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਨੇ ਉਹ ਇਸ ਇਹਨਾਂ ਚੋਣਾਂ ਨੂੰ ਲੈ ਕੇ ਕੀ ਸੋਚ ਰਹੇ ਨੇ, ਮੈਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਜਾਣਾਂਗੇ ਕਿ ਆਖਰ ਇੱਥੋਂ ਦੇ ਸਮਾਣੇ ਦਾ ਮੁੱਖ ਮੁੱਦਾ ਕੀ ਹੈ ਔਰ ਕੀ ਲੋਕ ਚਾਹੁੰਦੇ ਨੇ। ਔਰ ਕਾਂਗਰਸ ਪਾਰਟੀ ਜਦੋਂ 4 ਸਾਲ ਦਾ ਸਮਾਂ ਹੋ ਚੁੱਕਾ ਹੈ, ਉਹਨਾਂ ਨੇ ਹੁਣ ਤੱਕ ਕੀ ਹਲਕਾ ਸਮਾਣਾ ਨੂੰ ਦਿੱਤਾ ਹੈ। ਮੇਰੇ ਨਾਲ ਕੁਝ ਵੀਰ ਜੁੜੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਆਪ ਜੀ ਦਾ ਨਾਮ ਕੀ ਹੈ? ਸਰ, ਜੋਗਿੰਦਰ ਸਿੰਘ ਜੀ। ਜੋਗਿੰਦਰ ਸਿੰਘ ਜੀ, ਸਮਾਣੇ ਹਲਕੇ ਦੇ ਇਹ ਕਿਹੜੇ ਵਾਰਡ ਦੀ ਮੈਂ ਗੱਲ ਕਰ ਰਿਹਾ? ਸਰ, ਇਸ ਅਮਰਜੀਤ ਸਿੰਘ ਘਰੈਲ ਸਾਹਿਬ ਖੜੇ ਨੇ ਜੀ 14 ਨੰਬਰ ਵਾਰਡ ਚੋਂ ਜੀ। 13 ਨੰਬਰ ਵਾਰਡ ਚੋਂ ਜੀ 14 ਨੰਬਰ ਹੀ ਹੈ ਜੀ, 14 ਨੰਬਰ ਵਾਰਡ ਚੋਂ ਜੀ। ਇਹਨਾਂ ਨੇ ਪਹਿਲਾਂ ਵੀ ਇੱਥੋਂ ਚੋਣ ਜਿੱਤੀ ਹੈ ਜੀ। ਬਹੁਤ ਹੀ ਵਧੀਆ ਵਿਕਾਸ ਕਰਾਇਆ ਜੀ ਇਹਨਾਂ ਨੇ ਆਪਣੇ ਵਾਰਡ ਦੇ ਵਿੱਚ ਜੀ, ਤੇ ਬਹੁਤ ਹੀ ਸ਼ਰੀਫ ਆਦਮੀ ਨੇ ਜੀ। ਰਖੜਾ ਸਾਹਿਬ ਦੀ ਰਹਿਨਮਾਈ ਥੱਲੇ ਤੁਹਾਨੂੰ ਪਤਾ ਵੀ ਕਿੰਨੀ ਡਿਵੈਲਪਮੈਂਟ ਹੋਈ ਹੈ ਜੀ। ਬਿਜਲੀ ਬੋਰਡ ਦੇ ਸਾਰਾ ਕਿੰਨਾ ਗੰਦ ਪਿਆ ਸੀ, ਤਾਰਾਂ ਦਾ ਜੀ, ਹੋਰ ਜੀ ਪਾਰਕ ਬਣਾਏ ਜੀ, ਸਾਰਾ ਕੁਛ ਜੀ। ਸ਼ਰੀਫ ਬੰਦੇ ਨੇ ਜੀ ਉਹ, ਤੇ ਅਸੀਂ ਚਾਹੁੰਦੇ ਹਾਂ ਵੀ ਅੱਗੇ ਵਾਸਤੇ ਫੇਰ ਇਹਨਾਂ ਨੂੰ ਕਾਮਯਾਬ ਕੀਤਾ ਜਾਏ ਜੀ ਵੋਟਾਂ ਪਾ ਕੇ, ਤੇ ਜੋ ਅੱਗੇ ਵਾਸਤੇ ਆਪਣੇ ਹਲਕੇ ਦਾ ਵਿਕਾਸ ਕਰਨਗੇ। ਪਰ ਕਾਂਗਰਸ ਪਾਰਟੀ ਕਹਿੰਦੀ ਅਸੀਂ ਖੁਦ ਬਹੁਤ ਵਿਕਾਸ ਕੀਤਾ, ਕਾਂਗਰਸ ਪਾਰਟੀ ਤਾਂ ਇਹ ਗੱਲ ਕਹਿ ਰਹੀ ਹੈ। ਇਹਨਾਂ ਨੇ ਕੋਈ ਵਿਕਾਸ ਨਹੀਂ ਕਰਿਆ ਜੀ। ਜਿਹੜੇ ਵਿਕਾਸ ਕਰਿਆ ਰਖੜਾ ਸਾਹਿਬ ਨੇ ਕਰਿਆ ਹੈ। ਰਖੜਾ ਸਾਹਿਬ ਇੱਥੇ 2000 ਦੇ ਵਿੱਚ ਇੱਥੇ ਆਏ ਸੀ ਰਾਜਨੀਤੀ 'ਚ ਸਮਾਣੇ 'ਚ ਜੀ। ਤੇ ਸਭ ਤੋਂ ਪਹਿਲਾਂ ਉਹਨੇ ਜਿਹੜਾ ਸੀਵਰ ਟ੍ਰੀਟਮੈਂਟ ਪਲਾਂਟ ਹੈ, ਸੀਵਰ ਵਾਟਰ ਸਪਲਾਈ ਬਾਰ-ਬਾਰ ਜੀ, ਉਹ 12 ਕਰੋੜ ਦਾ ਇਹਨਾਂ ਪ੍ਰੋਜੈਕਟ ਮਨਜ਼ੂਰ ਕਰਾਇਆ ਸੀ। ਉਸ ਤੋਂ ਬਾਅਦ ਇਹ ਸਰਕਾਰ ਆਪਣੀ ਕਾਂਗਰਸ ਦੀ ਬਣ ਗਈ ਜੀ, ਠੀਕ ਹੈ। ਉਸ ਤੋਂ ਬਾਅਦ ਇਹ ਮਤਲਬ 7 ਚ ਫਿਰ ਦੁਆਰੇ ਬਾਦਲ ਸਰਕਾਰ ਬਣ ਗਈ। ਤੇ ਇਹਨਾਂ ਨੇ ਮਤਲਬ ਇੱਕ ਤਾਂ ਦੁਕਾਨਾਂ ਜਿਹੜੀਆਂ ਲੋਕਾਂ ਦੇ ਖੋਖੇ ਪਏ ਸੀ ਜੀ, ਬਸ ਅੱਡੇ ਦੇ ਵਿੱਚ ਖੋਖੇ ਪਏ ਸੀ, ਤੇ ਲੋਕ ਰਖੜਾ ਸਾਹਿਬ ਕੋਲ ਆਏ ਵੀ ਅਸੀਂ ਸਾਡੇ ਨੂੰ ਰਿਸ਼ਤੇ ਨਹੀਂ ਕਰ ਰਹੇ ਇੱਥੇ ਸਮਾਣੇ ਦੇ ਵਿੱਚ, ਸਾਡੇ ਘਰਾਂ ਨੂੰ ਮਤਲਬ ਰਿਸ਼ਤੇ ਨਹੀਂ ਹੋ ਰਹੇ ਵੀ ਤੁਸੀਂ ਲੱਕੜਾਂ ਦੇ ਖੋਖਿਆਂ 'ਚ ਬੈਠੇ ਹੋਏ ਹੋ। ਤੇ ਰਖੜਾ ਸਾਹਿਬ ਨੇ ਬਾਦਲ ਸਾਹਿਬ ਤੋਂ ਮਨਜ਼ੂਰੀ ਲੈ ਕੇ ਉਹ 60 ਦੁਕਾਨਾਂ ਬਣਵਾ ਕੇ
2-2 ਲੱਖ ਦੇ ਵਿੱਚ ਦੁਕਾਨ ਉਹਨਾਂ ਨੂੰ ਦਵਾਈਆਂ, ਜਿਹੜੀ 5-5 10-10 ਲੱਖ ਦੀ ਦੁਕਾਨ ਸੀ। ਔਰ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਇੰਨਾ ਵਿਕਾਸ ਹੈ, ਮੈਂ ਆਈ ਕਾਂਟ ਐਕਸਪਲੇਨ ਇਟ। ਔਰ ਵੱਡੀ ਗੱਲ ਇੱਥੇ ਹੈ ਕਿ ਜਿੱਥੇ ਬਹੁਤ ਸਾਰੀਆਂ ਗੱਲਾਂ ਬਾਤਾਂ ਉੱਡ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਉਮੀਦਵਾਰਾਂ ਦੀ ਨਹੀਂ ਮਤਲਬ ਥੋੜ ਆ ਰਹੀ ਹੈ, ਮੈਂ ਕਹਿੰਦਾ ਹਲਕਾ ਸਮਾਣਾ ਇੱਕ ਐਸ ਜਿਹਾ ਹੈ ਜਿੱਥੇ ਕਿ ਉਮੀਦਵਾਰ ਇੰਨੇ ਜ਼ਿਆਦਾ ਨੇ ਸਿਰਫ ਰਖੜਾ ਸਾਹਿਬ ਦੇ ਪਿਆਰ ਨੂੰ ਕਰਕੇ। ਇੱਕ ਇਮਾਨਦਾਰ ਛਵੀ ਜਿਹੜੀ ਹੈ, ਮੈਂ ਤਾਂ ਹਮੇਸ਼ਾ ਪ੍ਰੋਗਰਾਮਾਂ ਵਿੱਚ ਇਹ ਵੀ ਕਹਿੰਦਾ ਹੁੰਦਾ ਕਿ ਰਖੜਾ ਸਾਹਿਬ ਦੀ ਤਾਰੀਫ ਵਾਸਤੇ ਜਿਹੜੇ ਵਿਰੋਧੀ ਨੇ ਉਹ ਵੀ ਉਹਨਾਂ ਦੀ ਇਨਸਾਨੀਅਤ ਦੀ ਕਦਰ ਕਰਦੇ ਨੇ। ਮੇਰੇ ਨਾਲ ਖਾਲਸਾ ਜੀ ਜੁੜੇ ਨੇ। ਸਰ ਆਪ ਜੀ ਦਾ ਨਾਮ ਕੀ ਹੈ? ਸੁਖਵਿੰਦਰ ਸਿੰਘ ਰਾਜਲਾ। ਰਾਜਲਾ ਸਾਹਿਬ, ਕੀ ਲੱਗ ਰਿਹਾ ਤੁਹਾਨੂੰ ਕਿ ਇਸ ਵਾਰ ਜਿਹੜੀ ਮਤਲਬ ਜਿੱਤ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਕਿੰਨੇ ਦੂਰੀ ਤੇ ਹੈ? ਸ਼੍ਰੋਮਣੀ ਅਕਾਲੀ ਦਲ ਨੇ ਜਿੰਨੇ ਕੰਮ ਕਰਾਏ ਨੇ ਕਿਸੇ ਨੇ ਕੰਮ ਨਹੀਂ ਕਰਾਇਆ। ਜੋ ਰਖੜਾ ਸਾਹਿਬ ਨੇ ਇੱਥੇ ਆ ਕੇ ਕੰਮ ਕਰਾਏ ਨੇ ਕਿਸੇ ਦੀ ਇਹ ਮਿਸਾਲ ਨਹੀਂ ਕੋਈ ਇਹਦੀ ਜੀ। ਅੱਗੋਂ ਵੀ ਜਿਹੜੀ ਜਿੰਨੇ ਵੀ ਸਾਡੇ ਕੈਂਡੀਡੇਟ ਖੜੇ ਨੇ ਪਿਛਲੀ ਵਾਰ ਵੀ ਜਿੱਤੇ ਹਨ, ਐਤਕੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਕੈਂਡੀਡੇਟ ਜਿਹੜੇ ਨੇ ਉਹ ਜਿੱਤਣਗੇ। ਔਰ ਇਹ ਵੀ ਬਹੁਤ ਖਾਦਸੇ ਜ਼ਾਹਿਰ ਕੀਤੇ ਜਾ ਰਹੇ ਨੇ ਕਿ ਇਸ ਵਾਰ ਕੋਈ ਧੱਕੇਸ਼ਾਹੀ ਵੀ ਹੋ ਸਕਦੀ ਹੈ, ਕੁਝ ਇਹੋ ਜਿਹਾ ਹੋਣ ਦੀ ਸੰਭਾਵਨਾ ਤਾਂ ਨਹੀਂ ਲੱਗ ਰਹੀ? ਦੇਖੋ ਇਹ ਤਾਂ ਉਹਨਾਂ ਸਰਕਾਰ ਦਾ ਪਰ ਅਸੀਂ ਧੱਕੇ ਤੁੱਕੇ ਨੂੰ ਨਾ ਹੀ ਕਦੀ ਇਹ ਸਮਝਿਆ, ਨਾ ਹੀ ਧੱਕੇ ਨੂੰ ਕੋਈ ਜਾਣੀ। ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਰਖੜਾ ਸਾਹਿਬ ਦੇ ਨਾਲ ਹਾਂ ਜੀ, ਔਰ ਅਸੀਂ ਗੱਡ ਕੇ ਖੜਾਂਗੇ। ਕੋਈ ਸਾਨੂੰ ਇਹੋ ਜਿਹਾ ਨਾ ਸਾਡੇ ਮਨ ਤੇ ਭਏ, ਨਾ ਕਦੀ ਅਸੀਂ ਡਰ ਰੱਖਿਆ ਹੈ ਜੀ। ਸਾਡੇ ਬਾਦਲ ਸਾਹਿਬ ਜਿਹੜੇ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਜੀ, ਉਹ ਸਾਡੇ ਮਗਰ ਨੇ। ਰਖੜਾ ਸਾਹਿਬ ਸਾਡੇ ਨਾਲ ਨੇ ਸਦਾ ਜੀ ਜੀ, ਤੇ ਸਾਨੂੰ ਕੋਈ ਇਹਨਾਂ ਦਾ ਨਾ ਡਰੇ, ਨਾ ਕਦੀ ਭੈ ਰੱਖਿਆ, ਨਾ ਕਿਸੇ ਨੂੰ ਭੈ ਦਿੱਤਾ, ਨਾ ਕਦੀ ਭੈ ਕਿਸੇ ਦਾ ਰੱਖਿਆ ਜੀ। ਬਿਲਕੁਲ ਜੀ, ਬਿਲਕੁਲ। ਸਰਦਾਰ ਚਰਨਜੀਤ ਸਿੰਘ ਜੀ ਮੰਦ ਮੁਸਕਰਾ ਰਹੇ ਨੇ ਕਿਉਂਕਿ ਮੈਂ ਹਮੇਸ਼ਾ ਦੋਸਤੋ ਇੱਕ ਗੱਲ ਕਹਿੰਦਾ ਹੁੰਦਾ ਵੀ ਜਦੋਂ ਵੀ ਜ਼ਿਕਰ ਹੁੰਦਾ ਹੈ ਰਖੜਾ ਪਰਿਵਾਰ ਦਾ ਤਾਂ ਇੱਕ ਸੇਵਾ ਭਾਵਨਾ ਦਾ ਜ਼ਿਕਰ ਹੁੰਦਾ ਹੈ। ਔਰ ਕਿਸਾਨ ਮੋਰਚੇ ਦੀ ਗੱਲ ਕਰ ਰਹੀ ਹੈ, ਮੈਂ ਖੁਦ ਉਸ ਦਿਨ ਉਹ ਕਵਰ ਕੀਤਾ ਸਾਰਾ ਫੰਕਸ਼ਨ ਕਿ ਜਿਸ ਦੇ ਵਿੱਚ ਸੈਂਕੜੇ ਦੀ ਤਾਦਾਦ ਦੇ ਵਿੱਚ ਰਖੜਾ ਸਾਹਿਬ ਵੱਲੋਂ ਸੇਵਾ ਦੀ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਧਾਲੀਵਾਲ ਪਰਿਵਾਰ ਵੱਲੋਂ ਉੱਥੇ ਕਦਮ ਚੁੱਕਿਆ ਗਿਆ। ਔਰ ਮੈਨੂੰ ਯਾਦ ਹੈ ਕਿ ਬੜੇ ਜਿਹੜੇ ਸਰਦਾਰ ਦਰਸ਼ਨ ਸਿੰਘ ਜੀ ਨੇ ਉਹਨਾਂ ਨੇ ਕਿਹਾ ਕਿ ਸੋਤਾ ਸਾਹਿਬ ਇਹ ਉਦੋਂ ਤੱਕ ਸੇਵਾ ਜਾਰੀ ਰਹੇਗੀ ਜਦੋਂ ਤੱਕ ਕਿਸਾਨੀ ਮੋਰਚਾ ਫਤਿਹ ਨਹੀਂ ਹੁੰਦਾ। ਸਰਦਾਰ ਚਰਨਜੀਤ ਸਿੰਘ ਜੀ ਜੁੜੇ ਨੇ। ਚਰਨਜੀਤ ਸਿੰਘ ਜੀ, ਬੜੀ ਤਾਰੀਫ ਹੋ ਰਹੀ ਹੈ ਆਪ ਸਭ ਦੀ। ਨਹੀਂ, ਤਾਰੀਫ ਤਾਂ ਜੀ ਵਾਹਿਗੁਰੂ ਦੀ ਹੈ, ਆਪਾਂ ਤਾਰੀਫ ਦੇ ਕੋਈ ਲਾਇਕ ਨਹੀਂ ਹੈਗੇ। ਆਪਾਂ ਤਾਂ ਜਿੰਨੀ ਇੱਕ ਆਪਣੀ ਸੇਵਾ ਹੁੰਦੀ ਉਨੀ ਕੋਸ਼ਿਸ਼ ਕਰੀਂਦੀ ਆ ਕਰਨ ਦੀ ਜੀ। ਸੋ ਅੱਛਾ, ਕਿਸ ਤਰ੍ਹਾਂ ਅੱਜ ਸਮਾਣੇ ਦੇ ਵਿੱਚ ਕਿਸ ਤਰ੍ਹਾਂ ਲੱਗਦੇ ਆ ਕਿ ਉਮੀਦਵਾਰ ਔਰ ਜਿਹੜੇ ਤੁਹਾਡੇ ਵਰਕਰ ਨੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦਾ ਉਤਸ਼ਾਹ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ? ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਕੈਂਡੀਡੇਟ, ਸਾਰੇ ਵੋਟਰ ਸਪੋਰਟਰ ਸਾਡੇ ਸਭ ਚੜ੍ਹਦੀ ਕਲਾ 'ਚ ਨੇ। 14 ਤਰੀਕ ਦੀ ਵੇਟ ਕਰ ਰਹੇ ਨੇ। 14 ਤਰੀਕ ਨੂੰ ਇਹਨਾਂ ਨੂੰ ਪਤਾ ਲੱਗ ਜਾਊਗਾ ਕਾਂਗਰਸ ਵਾਲਿਆਂ ਦਾ ਕਿੰਨਾ ਕੁ ਦਮ ਹੈ, ਕਿੰਨੀਆਂ ਸੀਟਾਂ ਜਿੱਤਣ ਜੋਗੇ ਨੇ ਉਹ। ਸੋ ਸਾਡੇ ਬੰਦਿਆਂ ਦੇ ਕਿਸੇ 'ਤੇ ਕੋਈ ਪ੍ਰਭਾਵ ਨਹੀਂ ਕਾਂਗਰਸ ਦਾ। ਸਾਡੇ ਕੈਂਡੀਡੇਟ ਜਿਹੜੇ ਹੈਗੇ ਨੇ ਉਹ ਸਾਰੇ ਡਿਵੈਲਪਮੈਂਟ ਬੇਸ ਮੁੱਦੇ ਤੇ ਵੋਟ ਮੰਗ ਰਹੇ ਨੇ ਜੀ। ਜੇ ਕਾਂਗਰਸ ਵਾਲਿਆਂ 'ਚ ਇਹਨਾਂ ਦਮ ਹੈ, ਕੱਲਾ ਉਹ ਕਹਿ ਰਹੇ ਨੇ, ਮੈਂ ਐਮਐਲਏ ਸਾਹਿਬ ਦੀ ਸਪੀਚ ਸੁਣੀ ਸੀ ਕਿ 75 ਕਰੋੜ ਰੁਪਇਆ ਖਰਚਦਾ ਅਸੀਂ, ਕੋਈ ਦੱਸਣ ਦਾ ਸੀ 75 ਕਰੋੜ ਰੁਪਇਆ ਕਿਸ ਚੀਜ਼ ਤੇ ਖਰਚਿਆ, ਕਿਸੇ ਡਿਬੇਟ 'ਚ ਕਰਨਗੇ ਆ ਕੇ ਕੰਮ ਦੱਸਣ ਆਹ ਕੰਮ ਕੀਤਾ ਅਸੀਂ ਉਹ ਨਾਲ ਖੜ ਕੇ ਡਿਬੇਟ ਕਰਨ ਲਈ ਤਿਆਰ ਹਾਂ ਕਿ ਸਾਡੇ ਬਰਾਬਰ ਉਹ 10% ਕੰਮ ਗਿਣਾ ਦੇਣ ਉਹ ਤੇ ਉਹਨਾਂ ਨੂੰ ਛੱਡ ਦਿਆਂਗੇ ਇਲੈਕਸ਼ਨ ਅਸੀਂ। ਅੱਛਾ, ਬਿਲਕੁਲ ਜੀ ਬਿਲਕੁਲ। ਮੇਰੇ ਨਾਲ ਇੱਕ ਹੋਰ ਵੀਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਸ ਵਾਰ ਕਹਿੰਦੇ ਮੈਂ ਬਹੁਤ ਸਾਰੇ ਉਮੀਦਵਾਰ ਮਤਲਬ ਵਰਕਰਾਂ ਨਾਲ ਵੀ ਗੱਲਬਾਤ ਕੀਤੀ, ਕਹਿੰਦੇ ਜੀ ਜਿੱਤ ਸਾਡੀ ਪੱਕੀ ਹੈ ਪਰ ਧੱਕਾਸ਼ਾਹੀ ਨਾ ਕਿਤੇ ਹੋ ਜਵੇ। ਬਿਲਕੁਲ ਯਕੀਨੀ ਜਿੱਤੇ ਜੀ, ਉਹਨਾਂ ਕੋਲ ਮੁੱਦਾ ਹੀ ਕੋਈ ਨਹੀਂ ਜੀ ਕਾਂਗਰਸ ਕੋਲ ਕੋਈ ਕੰਮ ਕਰਾਇਆ ਵੇ ਇੱਕ ਵੀ ਗਿਣਾ ਦੇਣ ਕਿਤੇ ਬਹਿ ਕੇ ਇਸ ਤਰ੍ਹਾਂ ਲੋਕਾਂ। ਪਰ ਉਹ ਤਾਂ ਕਹਿੰਦੇ ਜੀ ਅਸੀਂ ਮਤਲਬ ਵਿਕਾਸ ਦੀਆਂ ਝੜੀਆਂ ਲਾ ਦਿੱਤੀਆਂ ਹਲਕਾ ਸਮਾਣਾ ਵਿੱਚ। ਕਿਤੇ ਵਿਕਾਸ ਨਹੀਂ ਜੀ, ਕੋਈ ਨਹੀਂ। ਜਿਹੜਾ ਅਕਾਲੀ ਦਲ ਦੇ ਪੈਸੇ ਪਹਿਲਾਂ ਪਏ ਹਨ ਸਰਕਾਰ ਦੇ, ਉਹ ਵੀ ਇਹਨਾਂ ਪਹਿਲਾਂ ਖੋਲਾ ਹਨ, ਉਹ ਹੀ ਹੁਣ ਜਿਹੜੇ ਲਾਉਂਦੇ ਨੇ ਮਾੜੇ ਮੋਟੇ, ਜੇ ਕਿਤੇ ਲੱਗੇ ਨੇ ਤੇ। ਰਖੜਾ ਸਾਹਿਬ ਨੇ ਇਹੋ ਜਿਹਾ ਕੀ ਕੀਤਾ ਇਸ ਏਰੀਏ ਵਿੱਚ ਕਿ ਮਤਲਬ ਕਿਸੇ ਵੀ ਬੱਚੇ ਤੋਂ ਕੋਈ ਸਵਾਲ ਪੁੱਛ ਲਓ, ਕਹਿੰਦੇ ਜੀ ਰਖੜਾ ਸਾਹਿਬ ਨੇ ਇਹ ਕੀਤਾ, ਇਹੋ ਜਿਹਾ ਕੀ ਕਰ ਦਿੱਤਾ ਰਖੜਾ ਸਾਹਿਬ ਨੇ? ਉਹਨਾਂ ਨੇ ਕੋਈ ਕੰਮ ਛੱਡਿਆ ਹੀ ਨਹੀਂ। ਜਿਹੜਾ ਗਿਆ ਕੋਈ ਸੜਕ, ਕੋਈ ਕਿਸੇ ਦੀ ਪਈ ਪਿੰਡਾਂ 'ਚ ਸ਼ਹਿਰ 'ਚ ਕੋਈ ਕੰਮ ਹੈ, ਸਭ ਦੇ ਲੀਲੇ ਕਾਟ ਆਪਣੀਆਂ ਪਿਲਸਣਾ ਜੀ ਸਭ ਕੰਮ ਕਰਾਏ ਨੇ ਜੀ। ਬਿਜਲੀ ਦੇ A to Z ਕੰਮ ਕਰਾਤੇ ਨੇ ਜੀ। ਤਾਂ ਫਿਰ ਇਹਦਾ ਮਤਲਬ ਚੋਣ ਪੱਕੀ ਹੈ, ਜਿੱਤ ਪੱਕੀ ਹੈ? ਬਿਲਕੁਲ ਯਕੀਨੀ ਜਿੱਤੇ ਸਾਡੀ, ਬਿਲਕੁਲ। ਸੋ ਦੋਸਤੋ, ਜਿੱਤਾਂ ਦਾ ਦਾਵਾ ਬਰਕਰਾਰ ਹੈ ਆਪਣੇ ਹਿਸਾਬ ਦੇ ਨਾਲ। ਹਰ ਇੱਕ ਉਮੀਦਵਾਰ ਜਿੱਤਾਂ ਕਰ ਰਿਹਾ। ਮੇਰੇ ਨਾਲ ਬਹੁਤ ਹੀ ਪਤਵੰਤੇ ਸੱਜਣ ਸੀਨੀਅਰ ਜੁੜੇ ਨੇ ਜਿਹੜੇ ਕਿ ਮਤਲਬ ਜਦੋਂ ਦੀ ਹੋਂਦ ਇਹਨਾਂ ਦੀ ਹੋਈ ਹੈ ਉਦੋਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਨੇ। ਵੀਰ ਜੀ, ਆਪ ਜੀ ਦਾ ਨਾਮ ਕੀ ਹੈ? ਜਸਵੰਤ ਸਿੰਘ ਜੀ। ਜਸਵੰਤ ਸਿੰਘ ਜੀ, ਕੀ ਲੱਗ ਰਿਹਾ
ਕੇ ਜ਼ਿੰਦਾਬਾਦ ਹੈ ਸਾਰਾ ਕੁਝ? ਬਹੁਤ ਤਕੜੀ ਜਿੰਦਾਬਾਦ ਹੈ ਜੀ। ਜੀ ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਕਿਸੇ ਦੁੱਖ ਦੇ ਸੁੱਖ ਤੇ ਰੱਖਣਾ ਆਪਣੇ ਪਹੁੰਚਣੇ ਓਏ ਪਹੁੰਚਦੇ ਆ ਬਿਲਕੁਲ ਬਿਲਕੁਲ ਇਕੱਲੇ ਘਰ ਚ ਇਕੱਲੇ ਹਰ ਇੱਕ ਚੀਜ਼ ਨੇ ਆਪਣਾ ਪਰਿਵਾਰ ਸਮਝਦਾ ਜੀ। ਇਹ ਕਦੇ ਮਤਲਬ ਰਖੜਾ ਸਾਹਿਬ ਕਾਰਨ ਕੀ ਹੈ ਕਿ ਆਪਣੇ ਆਪ ਨੂੰ ਮਤਲਬ ਹਾਲਾਂਕਿ ਸਤਿਗੁਰ ਦੀ ਕੋਈ ਕਮੀ ਨਹੀਂ ਹੈ ਲੇਕਿਨ ਫਿਰ ਵੀ ਜ਼ਮੀਨ ਨਾਲ ਜੁੜੇ ਰਹਿੰਦੇ ਨੇ। ਸੇਵਾ ਸਮਝਦੇ ਨੇ ਆਪਣੀ ਦੇਸ਼ ਸੇਵਾ ਸਮਝਦੇ ਨੇ ਬਸ। ਵੱਧ ਤੋਂ ਵੱਧ ਸੇਵਾ ਕਰਦੇ, ਕਿਤੇ ਕੋਈ ਵੀ ਕੰਮ ਹੋਵੇ ਇਹ ਪਹੁੰਚਣਗੇ, ਮਦਦ ਕਰਨਗੇ। ਇਹਦਾ ਘਰ ਕੋਈ 100 ਬੰਦਾ ਲੱਗ ਜਾਏ, 200 ਬੰਦਾ ਲੱਗ ਜਾਏ, ਕੋਈ ਦਿੱਕਤ ਨਹੀਂ। ਪਰ ਇਸ ਵਾਰ ਕਾਂਗਰਸ ਨੇ ਵੋਟਾਂ ਲਈਆਂ, ਬੜੇ ਵਾਅਦੇ ਕੀਤੇ ਤੁਹਾਡੇ ਨਾਲ, ਕੀ ਮਤਲਬ ਵਾਅਦੇ ਪੂਰੇ ਹੋ ਚੁੱਕੇ ਨੇ? ਸਾਰੇ ਹੋ ਗਏ, ਤੁਸੀਂ ਦੇਖਦੇ ਹੋ ਜੀ। ਸਾਰਿਆਂ ਕਰਜ਼ੇ ਮਾਫ ਹੋ ਗਏ ਜੀ, ਸਭ ਦੀਆਂ ਪਿਲਸਣਾਂ ਲੱਗ ਗਈਆਂ, ਸਭ ਨੂੰ ਸਗਨ ਸਕੀਮਾਂ ਮਿਲ ਗਈਆਂ, ਸਾਰੇ ਪਾਸ ਹੋ ਗਏ। ਜੀ ਹਾਂ ਜੀ। ਅੱਛਾ, ਜਿੱਤ ਪੱਕੀ ਹੈ ਖਾਲਸਾ ਜੀ? ਹਾਂਜੀ ਬਿਲਕੁਲ ਜਿੱਤ ਪੱਕੀ ਹੈ। ਡਰ ਕਿਸ ਗੱਲ ਦਾ? ਡਰ ਵੇਖੋ ਜੀ ਇਸ ਗੱਲ ਦਾ ਹੈ ਵੀ ਸਾਰੀ ਜਿਹੜੀ ਵੋਟ ਹੈ ਬਹੁਤ ਸਿਆਣੀ ਹੈ, ਸਮਝਦਾਰ ਹੈ, ਇਹਨਾਂ ਨੂੰ ਸੂਝਵਾਨ ਹੈ। 4 ਸਾਲ 3 ਮਹੀਨੇ ਹੋ ਗਏ ਨੇ ਸਰਕਾਰ ਬਣੀ ਨੂੰ, ਮਗਰ ਇਹਨਾਂ ਦੇ 9 ਮਹੀਨੇ ਟੋਟਲੀ ਰਹਿ ਚੁੱਕੇ ਨੇ। ਨਹੀਂ, ਕੈਪਟਨ ਸਾਹਿਬ ਨੇ ਤਾਂ ਸਮਾਰਟਫੋਨ ਦੇਤੇ ਹੈ, ਕੈਪਟਨ ਸਾਹਿਬ ਨੇ ਸਮਾਰਟ ਕਾਰਡ ਦੇਤੇ ਹੈ, ਮਤਲਬ ਉਹ ਤਾਂ ਆਏ ਦਿਨ ਨੌਕਰੀਆਂ ਵੀ ਦੇ ਰਹੇ ਨੇ। ਤੁਸੀਂ ਕਹਿ ਰਹੇ ਕੁਝ ਕੀਤਾ ਨਹੀਂ? ਨਾ ਜੀ, ਕਿਸੇ ਨੂੰ ਕੋਈ ਨੌਕਰੀ, ਕੋਈ ਕਾਟ, ਕੋਈ ਚੀਜ਼ ਨਹੀਂ। ਬਿਲਕੁਲ ਪਿਲਸਣਾਂ ਵੀ ਕਟਾਈਆਂ ਗਈਆਂ ਨੇ, ਕਾਟ ਵੀ ਕਟਾਏ ਗਏ ਨੇ, ਲੋਕਾਂ ਦੇ ਜਿਹੜੇ ਦਾਣੇ ਮਿਲਦੇ ਹਨ ਪਿੰਡਾਂ ਦੇ ਵਿੱਚ ਉਹ ਵੀ ਕਟਾਏ ਗਏ ਨੇ। ਤੇ ਜਿਹੜਾ ਤਾਂ ਰਖੜਾ ਸਾਹਿਬ ਨੇ ਇੱਥਾਂ ਦੀ ਡਿਵੈਲਪਮੈਂਟ ਕਰੀ ਏ, ਅੱਜ ਤੋਂ ਲੈ ਕੇ 30 ਸਾਲਾਂ ਤੀਕਰ ਨਹੀਂ ਕੋਈ ਕਰੀ। ਕੱਲੇ ਖੁੰਝੇ ਦੇ ਵਿੱਚ ਸਾਰੇ ਸਮਾਣੇ ਦੀ ਸ਼ਹਿਰਾਂ ਦੀਆਂ ਗਲੀਆਂ ਬੋਲ ਰਹੀਆਂ ਨੇ, ਕੱਲੇ ਮਹੱਲਾ ਬੋਲ ਰਿਹਾ। ਇੰਨੀ ਗੰਦਗੀ ਉਹਨਾਂ ਨੇ ਕੱਢੀ ਏ। ਸਾਰਾ ਬੱਚਾ ਲੈ ਕੇ 5 ਸਾਲ ਤੋਂ ਲੈ ਕੇ ਸਾਰੇ ਬੱਚੇ ਜਿਹੜੇ ਨੇ 20-22 ਸਾਲ ਤੀਕਰ, ਬਜ਼ੁਰਗ, ਮਾਤਾ ਭੈਣਾਂ, ਸਾਰੇ ਰਖੜਾ ਸਾਹਿਬ ਦੀ ਤਰਫ ਕਰ ਰਹੇ ਨੇ ਵੀ ਰਖੜਾ ਸਾਹਿਬ ਨੇ ਬਹੁਤ ਜ਼ਿਆਦਾ ਗੰਦ ਕੱਢਿਆ ਹੈ ਤੇ ਬਹੁਤ ਵਧੀਆ ਸਮਾਣੇ ਦੇ ਵਿੱਚ ਡਿਵੈਲਪਮੈਂਟ। ਤੁਹਾਡੇ ਸਿਰ ਰਖੜਾ ਸਾਹਿਬ ਨੇ ਕੁਝ ਪਾਇਆ ਤਾਂ ਨਹੀਂ ਵੈਸੇ? ਮਤਲਬ ਕਿਸ ਪਾਣਾ ਸਾਡੇ ਉਹਨਾਂ ਨੇ ਕੁਝ ਨਹੀਂ ਪਾਇਆ। ਸਿਰਫ ਸਾਡਾ ਇੱਕ ਬਹੁਤ ਵਧੀਆ ਲੀਡਰ ਸਾਡੇ ਨੇ, ਮਾਣਯੋਗ ਵਧੀਆ ਨੇ, ਸੱਚੇ ਸੁੱਚੇ ਨੇ ਬੰਦੇ। ਉਹਨਾਂ ਨੇ ਜੋ ਵੀ ਇਲਾਕੇ ਦਾ ਕੰਮ ਕੀਤਾ ਹੈ, ਪਹਿਲਾਂ ਤਾਂ 2 ਗ੍ਰਿਡ ਬਣਾ ਕੇ ਦਿੱਤੇ ਨੇ, 2 ਪੁਲ ਬਣਾ ਕੇ ਦਿੱਤੇ ਨੇ ਵੱਡੇ। ਇਹ ਇੱਕ ਪੁਲ ਬਣਾ ਰਿਹਾ, ਉਹਨੂੰ ਅੱਜ 4 ਸਾਲ ਹੋ ਚੱਲੇ ਨੇ ਤੇ ਉਹਦੇ ਸਰੀਏ ਤੇ ਸੀਮੈਂਟ ਉੱਥੇ ਖਿਲਰਿਆ ਪਿਆ। ਦੋਸਤੋ, ਜ਼ੁਬਾਨ ਜਿਹੜੀ ਹੈ ਉਹ ਕਦੇ ਵੀ ਜਿਹੜੀ ਜਦੋਂ ਸੱਚ ਬੋਲਦੀ ਹੈ ਤੇ ਜ਼ੁਬਾਨ ਬੇਬਾਕ ਹੋ ਜਾਂਦੀ ਹੈ। ਔਰ ਮੈਂ ਬਹੁਤ ਸਾਰੇ ਲੋਕਾਂ ਨਾਲ ਇਸ ਏਰੀਏ ਦੇ ਵਿੱਚ ਗੱਲਬਾਤ ਕੀਤੀ ਹੈ, ਇਹਨਾਂ ਦੇ ਬੈਕ ਤੋਂ ਵੀ ਗੱਲਬਾਤ ਕੀਤੀ ਹੈ ਕਿ ਕੋਈ ਸ਼ਖਸ ਇਹੋ ਜਿਹਾ ਰਖੜਾ ਸਾਹਿਬ ਦੀ ਉਹ ਕਰੇ ਕਿ ਇਸਨੇ ਆਹ ਨਹੀਂ ਕੀਤਾ। ਪਰ ਜਿੰਨੇ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਹੈ, ਹਰ ਇੱਕ ਨੇ ਰਖੜਾ ਸਾਹਿਬ ਦੇ ਕੀਤੇ ਹੋਏ ਕੰਮਾਂ ਦੀ ਤਾਰੀਫ ਕੀਤੀ ਹੈ। ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਲਕਾ ਸਮਾਣਾ ਵਿੱਚੋਂ ਨਗਰ ਕੌਂਸਲ ਦੀਆਂ ਚੋਣਾਂ ਤੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੇਗੀ। ਔਰ ਥੋੜਾ ਜਿਹਾ ਇਹਨਾਂ ਨੂੰ ਜ਼ਰੂਰ ਮਤਲਬ ਮੌਜੂਦਾ ਸਰਕਾਰ ਤੋਂ ਲੱਗ ਰਿਹਾ ਵੀ ਕਿਤੇ ਕੋਈ ਧੱਕੇਸ਼ਾਹੀ ਨਾ ਕਰਨ ਔਰ ਸਾਡੀ ਜਿਹੜੀ ਜਿੱਤ ਹੈ ਉਹ ਪੱਕੀ ਹੈ। ਖੈਰ, ਇੱਕ ਵੀਰ ਨੇ ਤਾਂ ਇੱਥੋਂ ਵੀ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗਾ ਔਰ ਡਟ ਕੇ ਇਹਨਾਂ ਦੀ ਧੱਕੇਸ਼ਾਹੀ ਦਾ ਮੁਕਾਬਲਾ ਵੀ ਕਰੇਗਾ। ਸੋ ਵਾਰਡ ਨੰਬਰ 14 ਦੇ ਉਮੀਦਵਾਰ ਅਮਰਜੀਤ ਸਿੰਘ ਗੁਰਾਇਆ ਜੀ ਮੇਰੇ ਨਾਲ ਜੁੜੇ ਨੇ। ਔਰ ਜਿੱਥੇ ਤੁਸੀਂ ਦੇਖ ਹੀ ਰਹੇ ਹੋ ਕਿ ਜਦੋਂ ਸਿਆਣਾ ਬਜ਼ੁਰਗ ਕਿਸੇ ਸ਼ਖਸ ਦੇ ਨਾਲ ਹੋਵੇ ਤਾਂ ਉਸ ਵੇਲੇ ਪੂਰਾ ਪਰਿਵਾਰ ਉਹਦੇ ਪਿੱਛੇ ਹੁੰਦਾ ਹੈ। ਬੇਸ਼ੱਕ ਦੀ ਵਕਤ ਦੀ ਕਮੀ ਕਰਕੇ ਉਹ ਇੱਥੇ ਨਹੀਂ ਮੌਜੂਦ, ਲੇਕਿਨ ਗੁਰਾਇਆ ਸਾਹਿਬ ਦੀ ਸਪੋਰਟ ਦੇ ਵਿੱਚ ਵਾਰਡ ਨੰਬਰ 14 ਦਾ ਇੱਕ ਬੱਚਾ, ਇੱਕ ਵੋਟਰ ਇਹਨਾਂ ਦੇ ਨਾਲ ਹੈ। ਗੁਰਾਇਆ ਸਾਹਿਬ, ਕੀ ਲੱਗ ਰਿਹਾ ਹੈ ਕਿ ਮਤਲਬ ਜਿੱਤ ਪੱਕੀ ਹੈ ਜਾਂ ਬਹੁਤ ਸਟਰਗਲ ਕਰਨਾ ਪਏਗਾ? ਨਹੀਂ ਜੀ, ਸਾਨੂੰ ਇੰਨਾ ਮਿਹਨਤ ਕਰਕੇ 10 ਸਾਲ ਵਿਕਾਸ ਕੀਤਾ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਨੇ। ਇੰਨਾ ਵਿਕਾਸ ਕੀਤਾ ਹੈ ਵੀ ਸਾਨੂੰ ਤਾਂ ਵੋਟਾਂ ਮੰਗਣ ਦੀ ਲੋੜ ਨਹੀਂ ਪੈਣੀ, ਜਿੰਨਾ ਕੋਈ ਲੋਕ ਸਾਡੇ ਨਾਲ ਜੁੜੇ ਹੋਏ ਨੇ। ਹਰੇਕ ਮਹੱਲੇ ਜਾਂਦੇ ਆ, ਜਿੱਥੇ ਵੀ ਜਾਂਦੇ ਆ, ਸਾਰੀਆਂ ਬਰਾਦਰੀਆਂ ਦੇ ਉਹ ਤਾਂ ਸਾਨੂੰ ਇਹ ਕਹਿੰਦੇ ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ, ਸਰਦਾਰ ਸੁਰਜੀਤ ਸਿੰਘ ਰਖੜਾ ਦੇ ਨਾਲ ਤੁਹਾਨੂੰ ਕੱਲੀ ਵੋਟ ਪੈਗੀ, ਉਹਨਾਂ ਦੇ ਵਿਕਾਸ ਦੇ ਨਾਂ ਤੇ ਵੋਟ ਪੈਗੀ ਤੁਹਾਨੂੰ ਸਾਰੀ। ਮਤਲਬ ਇਹ ਨਾ ਹੋਵੇ ਵੀ ਰਖੜਾ ਸਾਹਿਬ ਵਿਕਾਸ ਕਰੀ ਜਾਣ ਤੇ ਤੁਸੀਂ ਮਗਰੋਂ ਮਾਸ਼ਾਅੱਲਾ ਕੁਝ ਹੋਰ ਹੀ ਕਰੀ ਜਾਓ, ਇਹੋ ਜਿਹਾ ਤਾਂ ਨਹੀਂ ਲੱਗਦਾ? ਜੀ, ਸਾਨੂੰ ਜੋ ਰਖੜਾ ਸਾਹਿਬ ਦਾ ਰਖੜਾ ਸਾਹਿਬ ਦੇ ਉੱਪਰ ਜੋ ਬਖਸ਼ਿਸ਼ ਹੈ, ਦਇਆ ਹੈ, ਉਹਨਾਂ ਨੂੰ ਆਪਾਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਜੋ ਰਖੜਾ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਜੋ ਉਹਨਾਂ ਦੇ ਮੂੰਹੋਂ ਗੱਲ ਨਿਕਲਦੀ ਹੈ ਅਸੀਂ ਉਹ ਹਰ ਗੱਲ ਨੂੰ ਪੂਰੀ ਕਰ ਦਾਂਗੇ। ਅਸੀਂ ਇੱਕ ਵੀ ਲਫ਼ਜ਼ ਉਹਨਾਂ ਤੋਂ ਬਾਹਰ ਨਹੀਂ ਜਾਵਾਂਗੇ, ਆਪਣੀ ਮਨਮਰਜ਼ੀ ਨੇ ਅਸੀਂ ਨਹੀਂ ਕਰਦੇ। ਜੋ ਰਖੜਾ ਸਾਹਿਬ ਹੁਕਮ ਹੋਏਗਾ ਅਸੀਂ ਉਹਦੇ ਮੁਤਾਬਕ ਉਹਨਾਂ ਦਾ ਪਹਿਰਾ ਦੇਵਾਂਗੇ। ਗੁਰਾਇਆ ਸਾਹਿਬ, ਕੁਝ ਲੱਗ ਰਿਹਾ ਕਿ ਮਤਲਬ ਜਿਸ ਤਰ੍ਹਾਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਕਿ ਧੱਕੇਸ਼ਾਹੀ ਹੈ ਜੀ, ਇਹ ਹੋਏਗਾ, ਐਸੀ ਹਲਕੇ ਦੇ ਵਿੱਚ ਖਾਸ ਕਰਕੇ ਸਮਾਣੇ ਵਿੱਚ ਕੁਝ ਇਦਾਂ ਦਾ ਹਾਦਸਾ ਤਾਂ ਨਹੀਂ ਲੱਗ ਰਿਹਾ? ਦੇਖੋ ਜੀ, ਸਾਨੂੰ ਇਹ ਸ਼ੱਕ ਤੇ ਬਹੁਤ ਲੱਗਦਾ ਵੀ ਉਹ ਉਹਨਾਂ ਨੇ ਧੱਕਾ ਕਰਨ ਦੀ ਬਹੁਤ ਕੋਸ਼ਿਸ਼ ਕਰਨੀ ਹੈ। ਰੌਲਾ ਬਹੁਤ ਹੈ, ਮਹਾਰਾਣੀ ਸਾਹਿਬ ਵੀ ਆਏ ਸੀ, ਕਾਕਾ ਵੀ ਆਇਆ,
ਆਇਆ ਸੀ ਉਹ ਕਹਿੰਦਾ ਮੈਂ 10 ਵਜੇ ਨੂੰ ਸਾਰਿਆਂ ਨੂੰ ਇੱਥੇ ਭਜਾ ਦੇਵਾਂਗਾ। ਲੋਕਾਂ ਦੇ ਮਨਾਂ 'ਚ ਬਹੁਤ ਡਰ ਹੈ, ਪਰ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਬੱਚਾ ਇੱਥੇ ਲੜ ਕੇ ਮਰੇਗਾ। ਜੇ ਕੋਈ ਸਾਡੇ ਨਾਲ ਧੱਕਾ ਹੋਇਆ ਅਸੀਂ ਸ਼ਹੀਦੀਆਂ ਕਰਾਂਗੇ, ਦੇਵਾਂਗੇ ਆਪਣੇ ਪਰਿਵਾਰਾਂ ਦੀ ਸ਼ਹੀਦੀਆਂ ਦੇਵਾਂਗੇ। ਜੇ ਸਾਡੇ ਨਾਲ ਕਿਸੇ ਧੱਕੇ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਾਰੀ ਕੱਲੀ ਵੋਟ ਰਖੜਾ ਸਾਹਿਬ ਦੀ ਝੋਲੀ ਪਾਵਾਂਗੇ। ਜੇ ਕੋਈ ਸਾਡੇ ਨਾਲ ਧੱਕਾ ਕੀਤਾ ਅਸੀਂ ਧੱਕਾ ਨਹੀਂ ਹੋਣ ਦੇਵਾਂਗੇ। ਕਾਂਗਰਸ ਪਾਰਟੀ ਨੇ ਬਹੁਤ ਵਿਕਾਸ ਕੀਤਾ 4 ਸਾਲਾਂ ਵਿੱਚ। ਕਿਤੇ ਸਾਡੂ ਦਾ 4.5 ਸਾਲ ਵਿੱਚ ਉਹ ਕਹਿ ਰਹੇ ਨੇ 75 ਕਰੋੜ ਰੁਪਇਆ। ਮੈਂ ਤਾਂ ਬੜੀ ਹਾਸੋ ਹੀ ਨਹੀਂ ਗੱਲ ਏ। ਕਾਕਾ ਜੀ ਦੇ ਐਮਐਲਏ ਸਾਹਿਬ ਬੋਲ ਰਹੇ ਸੀ, ਅਸ਼ਵਨੀ ਗੁਪਤਾ ਜੀ ਦੇ, ਨਾਲੇ ਉਹ ਡਿਕਲੇਅਰ ਕਰ ਗਏ ਅਜੇ ਵੋਟਾਂ ਨਹੀਂ ਹੋਈਆਂ, ਅਜੇ ਐਮਸੀ ਨਹੀਂ ਬਣੇ, ਤੇ ਉਹ ਕਹਿ ਰਹੇ ਨੇ ਵੀ ਸਾਡਾ ਐਮਸੀ ਪ੍ਰਧਾਨ ਅਸੀਂ ਬਣਾ ਦਿੱਤਾ ਹੈਗਾ। ਤੇ 4.5 ਸਾਲ ਚ ਕਹਿੰਦੇ ਮੈਂ 75 ਕਰੋੜ ਰੁਪਇਆ ਸਮਾਨਿਤ ਲਾਤਾ। 75 ਕਰੋੜ ਜੇ ਸਮਾਨਿਤ ਲੱਗਾ ਹੁੰਦਾ ਆ ਸਾਡੀਆਂ ਜਿਹੜੀਆਂ 10 ਸਾਲ ਅਸੀਂ ਕੰਮ ਕੀਤਾ ਉਹੀ ਦੇਖ ਲਓ। 75 ਕਰੋੜ ਨਾਲ ਸਾਰਾ ਸਮਾਨਾ ਨਵਾਂ ਬਣ ਸਕਦਾ ਹੈ ਮੇਰੇ ਹਿਸਾਬ ਤੇ। ਛੋਟਾ ਸਾਡਾ ਸਮਾਨਾ ਸ਼ਹਿਰ ਹੈਗਾ, ਉਹ ਕਹਿੰਦੇ ਮੈਂ 75 ਕਰੋੜ ਲੱਗਾ, ਸਾਨੂੰ ਤਾਂ 75 ਕਰੋੜ ਲੱਗਾ। ਤੁਸੀਂ ਕਿਹੜਾ ਮੁੱਦਾ ਲੈ ਕੇ ਜਾਓਗੇ ਆਵਾਮ ਦੇ ਕੋਲ? ਕਿਹੜੇ ਮੁੱਦੇ ਨੇ ਸਰਕਾਰ ਦੇ ਖਿਲਾਫ, ਜਦ ਕਿ ਸਰਕਾਰ ਦੇ ਜਿਹੜੇ ਡਿਵੈਲਪਮੈਂਟ ਹੈ ਉਹ ਵੀ ਤੁਹਾਨੂੰ ਪਤਾ ਹੈ? ਕਿਹੜਾ ਮੁੱਦਾ ਲੈ ਕੇ ਤੁਸੀਂ ਵੋਟ ਮੰਗਣ ਜਾਓ? ਅਸੀਂ ਵਿਕਾਸ ਦੇ ਮੁੱਦੇ ਤੁਹਾਨੂੰ ਪਹਿਲਾਂ ਵੀ ਇੱਕ ਬੇਨਤੀ ਕਰੀ ਹੈ ਵੀ ਰਖੜਾ ਸਾਹਿਬ ਨੇ ਜਿਹੜਾ ਵਿਕਾਸ ਕੀਤਾ ਜੀ, ਅਸੀਂ ਉਹ ਸੀ ਸਾਡਾ ਮੇਨ ਮੁੱਦਾ ਜੀ। ਲੋਕ ਸਾਡੇ ਨਾਲ ਜੁੜੇ ਹੋਏ ਨੇ, ਜੇ ਉਹ ਧੱਕਾ ਕਰਨ ਦੀ ਕੋਸ਼ਿਸ਼ ਉਹ ਧੱਕਾ ਨਹੀਂ ਬਰਦਾਸ਼ਤ ਕਰਦੇ। ਵੋਟਾਂ ਅਸੀਂ ਵਿਕਾਸ ਦੇ ਨਾਂ ਤੇ ਮੰਗਣੀਆਂ ਜੀ। ਵੋਟਾਂ ਅਸੀਂ ਵਿਕਾਸ ਦੇ ਨਾਮ ਤੇ ਮੰਗਣੀਆਂ ਨੇ, ਇਹ ਗੁਰਾਇਆ ਸਾਹਿਬ ਕਹਿ ਰਹੇ ਨੇ, ਔਰ ਅਸੀਂ ਧੱਕਾ ਬਰਦਾਸ਼ਤ ਨਹੀਂ ਕਰਾਂਗੇ ਔਰ ਧੱਕੇ ਦੀ ਸ਼ੁਰੂਆਤ ਨਹੀਂ ਕਰਾਂਗੇ। ਔਰ ਇਹਨਾਂ ਨੇ ਬਿਲਕੁਲ ਸਹੀ ਗੱਲ ਕੀਤੀ ਹੈ। ਔਰ ਵਾਕਈ ਇੱਕ ਜ਼ੁਬਾਨ ਦੇ ਉੱਪਰ ਨਾਮ ਹੈ ਇਸ ਹਲਕੇ ਦੇ ਬੜੇ ਹਰਮਨ ਪਿਆਰੇ ਨੇਤਾ ਨੇ ਸਰਦਾਰ ਸੁਰਜੀਤ ਸਿੰਘ ਰਖੜਾ, ਸਾਬਕਾ ਕੈਬਨਿਟ ਮੰਤਰੀ ਪੰਜਾਬ, ਜਿਨ੍ਹਾਂ ਦੀ ਸ਼ਖਸੀਅਤ ਬੜੀ ਪ੍ਰਭਾਵਸ਼ਾਲੀ ਹੈ। ਔਰ ਮੈਂ ਕਹਿੰਦਾ ਹੁੰਦਾ ਕਿ ਵਿਰੋਧੀ ਵੀ ਉਹਨਾਂ ਦੀ ਸ਼ਖਸੀਅਤ ਤੇ ਜਿਹੜੇ ਹੈ ਉਹ ਕਦੇ ਵੀ ਕਮੈਂਟ ਨਹੀਂ ਕਰਦੇ, ਕਿਉਂਕਿ ਇਹ ਧਾਲੀਵਾਲ ਪਰਿਵਾਰ ਦੇ ਉੱਪਰ ਅਕਾਲ ਪੁਰਖ ਦੀ ਬੜੀ ਦਇਆ ਹੈ, ਬੜੀ ਬਖਸ਼ਿਸ਼ ਹੈ, ਔਰ ਇਸੇ ਤਰ੍ਹਾਂ ਬਖਸ਼ਿਸ਼ ਦਇਆ ਬਰਕਰਾਰ ਰਹੇ। ਕੀ ਕੁਝ ਕਹਿਣਾ ਚਾਹੁੰਦੇ ਹੋ? ਹਾਂ, ਮੇਰਾ ਜਿਹੜਾ ਪਰਿਵਾਰ ਹੈ ਜੀ, ਮੇਰੇ ਗ੍ਰੈਂਡਫਾਦਰ ਸਾਹਿਬ ਜਿਹੜੇ ਸੀ ਉਹ ਸੁਤੰਤਰਾ ਸਰੰਗਣੀ ਰਹੇ ਨੇ, ਮੇਰੇ ਫਾਦਰ ਸਾਹਿਬ ਵੀ, ਅਸੀਂ ਸਾਰਿਆਂ ਨੇ ਸੇਵਾ ਕੀਤੀ ਹੈ। ਮੇਰਾ ਚਾਚਾ ਜੀ, ਮੇਰਾ ਵੱਡਾ ਬ੍ਰਦਰ ਉਹ ਮਿਲਟਰੀ 'ਚ ਰਹੇ ਨੇ ਜੀ। ਅਸੀਂ ਸਾਡਾ ਪਰਿਵਾਰ ਜਿਹੜਾ ਹੈ ਜੀ ਉਹ ਸ਼ਹਿਰ ਦੀ ਦੇਸ਼ ਦੀ ਸੇਵਾ ਵਾਸਤੇ ਜੁੜਿਆ ਹੋਇਆ ਜੀ। ਅਸੀਂ ਬਿਲਕੁਲ ਕਿਸੇ ਗੱਲ ਦਾ ਧੱਕਾ ਨਹੀਂ ਹੋਣ ਦੇਵਾਂਗਾ, ਇਹ ਸਾਡਾ ਪ੍ਰਣ ਹੈ ਜੀ। ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮ ਸਹੋਤਾ, A1 ਪੰਜਾਬੀ ਟੀਵੀ ਲਈ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ ਜੀ। ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ। ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।